ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਫਤਿਹ ਦੀ ਗੱਲ ਦੇ ਵਿੱਚ ਦਰਸ਼ਕੋ ਇੱਕ ਵਾਰ ਫਿਰ ਜੀ ਆਇਆਂ ਨੂੰ ਆਖਦਾ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ। ਪ੍ਰੋਗਰਾਮ ਫਤਿਹ ਦੀ ਗੱਲ ਦੇ ਵਿੱਚ ਅਸੀਂ ਹਰ ਇੱਕ ਖਬਰ ਦੀ ਪੜਚੋਲ ਕਰਦੇ ਹਾਂ, ਉਸ ਦੀ ਸਾਰ ਲੈਂਦੇ ਹਾਂ ਕਿ ਆਖਰ ਚੱਲ ਕੀ ਰਿਹਾ, ਸਰਕਾਰਾਂ ਕੀ ਸੋਚ ਰਹੀਆਂ ਨੇ, ਆਮ ਜਨਤਾ ਕੀ ਸੋਚ ਰਹੀ ਹੈ। ਤੁਸੀਂ ਜਾਣਦੇ ਹੋ ਜਿੱਥੇ ਇੱਕ ਪਾਸੇ ਕਿਸਾਨੀ ਬਿੱਲਾਂ ਨੂੰ ਲੈ ਕੇ ਅੰਦੋਲਨ ਜਿਹੜਾ ਇਸ ਵੇਲੇ ਸਿਖਰਾਂ ਦੇ ਉੱਤੇ ਹੈ, ਇਸ ਵੇਲੇ ਬੁਲੰਦੀਆਂ ਛੂ ਰਿਹਾ। ਹਰ ਇੱਕ ਪੰਜਾਬ ਦਾ ਵਾਸੀ ਜਿਹੜਾ ਹੈ, ਆਪਾਂ ਕਹੀਏ ਕਿ ਜਾਂ ਉਹ ਕਿਸਾਨੀ ਦੇ ਨਾਲ ਸੰਬੰਧ ਰੱਖਦਾ ਵੀ ਹੈ ਜਾਂ ਨਹੀਂ, ਇਸ ਵੇਲੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠਾ ਹੋਇਆ ਤੇ ਪੂਰੀ ਦੁਨੀਆ ਦੇ ਵਿੱਚ ਇਸ ਸੰਘਰਸ਼ ਦੀਆਂ ਧੂਮਾਂ ਵੀ ਪੈ ਰਹੀਆਂ ਨੇ। ਇੱਥੋਂ ਤੱਕ ਕਿ ਵੈਸਟਰਨ ਮੁਲਕਾਂ ਦੀਆਂ ਸਰਕਾਰਾਂ, ਉੱਥੋਂ ਦੇ ਲੋਕ ਵੀ ਇਸ ਸੰਘਰਸ਼ ਦੇ ਹੱਕ ਦੇ ਵਿੱਚ ਉਤਰ ਆਏ ਲੱਗ ਰਹੇ ਨੇ। ਜਿੱਥੇ ਇੰਟਰਨੈਸ਼ਨਲ ਨਿਊਜ਼ਪੇਪਰਸ ਜਾਂ ਫਿਰ ਜਿਹੜੇ ਵੱਡੇ ਇੰਟਰਨੈਸ਼ਨਲ ਟੀਵੀ ਚੈਨਲਸ ਨੇ, ਉੱਥੇ ਇਹ ਰਿਪੋਰਟਾਂ ਇਸ ਸੰਘਰਸ਼ ਬਾਰੇ ਆ ਰਹੀਆਂ ਤੇ ਬਹੁਤ ਸਾਰਾ ਐਸਾ ਮੀਡੀਆ ਜਿਹੜਾ ਬਾਹਰਲੇ ਮੁਲਕਾਂ ਤੋਂ ਜਾ ਕੇ ਇਸ ਸੰਘਰਸ਼ ਨੂੰ ਦਿੱਲੀ ਦੇ ਵਿੱਚ ਕਵਰ ਕਰ ਰਿਹਾ। ਦੂਸਰੇ ਪਾਸੇ ਜੇਕਰ ਭਾਰਤ ਸਰਕਾਰ ਦੀ ਗੱਲ ਕਰੀਏ ਤਾਂ ਹਜੇ ਵੀ ਮੰਗਾਂ ਮੰਨਣ ਨੂੰ ਉਹ ਬਿਲਕੁਲ ਵੀ ਹਾਂ ਨਹੀਂ ਕਰ ਰਹੀ। ਉਹਨਾਂ ਦੀ ਕਿਤੇ ਵੀ ਤਬੀਅਤ ਨਹੀਂ ਲੱਗਦੀ ਕਿ ਉਹ ਇਹ ਮੰਗਾਂ ਮੰਨ ਕੇ ਦੇ ਬਿੱਲਾਂ ਨੂੰ ਰੱਦ ਕਰ ਦੇਣ। ਨਿਤ ਦਿਨ ਜਿਹੜੀ ਹੈ ਕਿਸਾਨਾਂ ਦੇ ਆਗੂਆਂ ਦੇ ਨਾਲ ਮੀਟਿੰਗਾਂ ਤਾਂ ਰੱਖੀਆਂ ਜਾਂਦੀਆਂ, ਪਰ ਉਸ ਦਾ ਸਿੱਟਾ ਕੋਈ ਨਹੀਂ ਨਿਕਲਦਾ। ਹਾਲ ਹੀ ਦੇ ਵਿੱਚ ਹੋਈ ਇੱਕ ਕਿਸਾਨ ਸਰਕਾਰ ਜਾਂ ਦੋਨਾਂ ਪੱਖਾਂ ਦੇ ਕਹੀਏ ਕਿ ਇੱਕ ਵਿੱਚ ਮੀਟਿੰਗ ਹੋਈ ਹੈ, ਜਿਸ ਦੇ ਵਿੱਚ ਸਰਕਾਰ ਵੱਲੋਂ ਇੱਕ ਪੱਖ ਪੇਸ਼ ਕੀਤਾ ਗਿਆ, ਇੱਕ ਉਹਨਾਂ ਵੱਲੋਂ ਇੱਕ ਆਪਸ਼ਨ ਦਿੱਤਾ ਗਿਆ ਕਿਸਾਨਾਂ ਨੂੰ ਕਿ ਇਹ ਜੋ ਕਿਸਾਨੀ ਬਿੱਲ ਨੇ ਇਹਨਾਂ ਨੂੰ ਅਸੀਂ ਤਕਰੀਬਨ 2 ਸਾਲ ਲਈ ਸਸਪੈਂਡ ਕਰ ਦਿੰਦੇ ਹਾਂ, ਰੱਦ ਕਰ ਦਿੰਦੇ ਹਾਂ। ਉਸ ਤੋਂ ਬਾਅਦ ਕਮੇਟੀ ਬਣਾਵਾਂਗੇ, ਮਤਲਬ ਕਿ 2 ਸਾਲ ਤੋਂ ਬਾਅਦ ਫਿਰ ਤੋਂ ਦੁਬਾਰਾ ਦੇਖਿਆ ਜਾਏਗਾ, ਇਹਨਾਂ ਬਿੱਲਾਂ ਬਾਰੇ ਸੋਚਿਆ ਜਾਏਗਾ। ਜੇ ਤੁਸੀਂ ਕਹਿੰਦੇ ਹੋ, ਜੇ ਤੁਸੀਂ ਰਾਜੀ ਹੋ ਤਾਂ ਅਸੀਂ 2 ਸਾਲ ਵਾਸਤੇ ਇਹਨਾਂ ਨੂੰ ਸਸਪੈਂਡ ਕਰ ਦਿੰਦੇ ਹਾਂ। ਸੋ ਇਹ ਕਿਸਾਨਾਂ ਦੇ ਸਾਹਮਣੇ ਉਹਨਾਂ ਵੱਲੋਂ ਆਪਸ਼ਨ ਰੱਖਿਆ ਗਿਆ, ਪਰ ਕਿਸਾਨ ਇਹਦੇ ਵਿੱਚ ਹਜੇ ਵੀ ਸਹਿਮਤ ਨਹੀਂ ਨੇ। ਮਤਲਬ ਕਿ ਉਹਨਾਂ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਅਸੀਂ ਰੱਦ ਕਰਾਉਣ ਤੋਂ ਬਿਨਾਂ ਜਿਹੜਾ ਹੈ ਕੋਈ ਵੀ ਕਦਮ ਜਿਹੜਾ ਪਿੱਛੇ ਨਹੀਂ ਲਵਾਂਗੇ। ਸੋ ਪ੍ਰੋਗਰਾਮ ਫਤਿਹ ਦੀ ਗੱਲ ਦੇ ਵਿੱਚ ਅੱਜ ਦਾ ਸਾਡਾ ਮਜ਼ਮੂਨ ਵੀ ਇਹ ਹੋਏਗਾ ਤੇ ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਕੌਮ ਦੇ ਮਹਾਨ ਵਿਦਵਾਨ ਪੱਤਰਕਾਰ ਅਵਤਾਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਉਹਨਾਂ ਨੂੰ ਫਤਿਹ ਦੀ ਸਾਂਝ ਪਾਉਂਦੇ ਆ ਤੇ ਫਿਰ ਉਹਨਾਂ ਦੇ ਕੋਲੋਂ ਜਾਣਦੇ ਆ ਇਹ ਜੋ ਇਸ ਵੇਲੇ ਮਸਲਾ ਹੈ 2 ਸਾਲਾਂ ਲਈ ਸਸਪੈਂਡ ਬਿੱਲ ਕਰ ਦੇਣੇ, ਇਹ ਕਿਤੇ ਨਾ ਕਿਤੇ ਕੋਈ ਸਰਕਾਰ ਦੀ ਸਾਜ਼ਿਸ਼ ਤਾਂ ਨਹੀਂ, ਕਿਸਾਨਾਂ ਨੂੰ ਮੰਨਣੀ ਚਾਹੀਦੀ ਹੈ ਜਾਂ ਨਹੀਂ, ਇਹਦੇ ਬਾਰੇ ਆਪਾਂ ਉਹਨਾਂ ਦੇ ਕੋਲੋਂ ਹੀ ਜਾਣਦੇ ਆ। ਸੋ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਹਾਡਾ ਇਹ ਸਵਾਲ ਆ ਜਿਹੜਾ ਜਿਸ ਤਰ੍ਹਾਂ ਕਾਫੀ ਅਹਿਮ ਆ, ਕਿਉਂਕਿ ਕਿਸਾਨੀ ਮੋਰਚੇ ਨਾਲ ਜੁੜੇ ਹੋਏ ਜਿਸ ਦਿਨ ਤੋਂ 25 ਨਵੰਬਰ ਤੋਂ ਦਿੱਲੀ ਵਿੱਚ ਬੈਠਿਆਂ ਨੇ ਸਿੱਖ ਸੰਗਤਾਂ, ਉਹ ਤੋਂ ਬਾਅਦ ਲਗਾਤਾਰ 10-11 ਗੇੜ ਆ ਜਿਹੜੇ ਉਹ ਗੱਲਬਾਤ ਦੇ ਹੋ ਚੁੱਕੇ ਆ, ਪਰ ਸਰਕਾਰ ਹਾਲ ਦੀ ਘੜੀ ਟਸ ਤੋਂ ਮਸ ਨਹੀਂ ਸੀ ਹੋ ਰਹੀ। ਬੇਸ਼ੱਕ ਦਬਾਅ ਉਹਦੇ 'ਤੇ ਵਧਿਆ ਹੋਇਆ ਸੀ। ਕੁਛ ਟਾਈਮ ਤਾਂ ਜਦੋਂ 7ਵੀਂ ਤੇ 8ਵੀਂ ਮੀਟਿੰਗ ਹੋਈ ਆ ਤੇ ਜਦੋਂ ਉਹਨਾਂ ਨੇ ਪੱਲਾ ਹੀ ਝਾੜ ਦਿੱਤਾ ਸੀ, ਸਾਨੂੰ ਲੱਗਿਆ ਵੀ ਸਰਕਾਰ ਆ ਜਿਹੜੀ ਉਹ ਕਾਫੀ ਅੜੀ ਕਰੂਗੀ, ਜਿਸ ਤਰ੍ਹਾਂ ਉਹ ਹੋਰ ਲੋਕਾਂ ਨਾਲ ਅੜੀ ਕੀਤੀ ਆ। ਜਿਹੜਾ ਇਮੀਗ੍ਰੇਸ਼ਨ ਕਾਨੂੰਨ ਬਣਾਇਆ ਸੀ ਉਹਦੇ ਮਾਮਲੇ ਵਿੱਚ ਜਿਸ ਤਰ੍ਹਾਂ ਇੰਨੇ ਵੱਡੇ ਪ੍ਰੋਟੈਸਟ ਦੇ ਬਾਵਜੂਦ ਸਰਕਾਰ ਨੇ ਅੜੀ ਕਰੀ ਹੈ, ਸ਼ਾਇਦ ਉਹ ਕਿਸਾਨਾਂ ਦੇ ਮਾਮਲੇ ਵਿੱਚ ਵੀ ਅੜੀ ਕਰੂਗੀ। ਪਰ ਕਿਉਂਕਿ ਉਹਨਾਂ ਦੀਆਂ ਆਪਣੀਆਂ ਬਹੁਤ ਸਾਰੀਆਂ ਤਾਰਾਂ ਜੁੜੀਆਂ ਹੋਈਆਂ ਨੇ, ਇਹ ਇਕੱਲਾ ਜਿਸ ਤਰ੍ਹਾਂ ਇਹ ਨਹੀਂ ਹੈਗਾ ਵੀ ਅੰਬਾਨੀ ਅਡਾਨੀ ਦਾ ਮਸਲਾ ਹੈਗਾ, ਇਹ ਇੰਟਰਨੈਸ਼ਨਲ ਮਸਲਾ ਹੈ। ਸੋ ਇੰਟਰਨੈਸ਼ਨਲੀ ਜਿਹੜਾ ਵਰਲਡ ਬੈਂਕ ਆ ਤੇ IMF ਆ, ਜਿਨ੍ਹਾਂ ਨੇ ਇਹਨਾਂ ਨੂੰ ਕਰਜ਼ਾ ਦੇਣਾ, ਉਹ ਲਗਾਤਾਰ ਇਹਨਾਂ 'ਤੇ ਦਬਾਅ ਪਾ ਰਹੇ ਆ ਵੀ ਤੁਸੀਂ ਸਾਡੇ ਲਈ ਇੱਕੋ ਤਾਕੀ ਰਾਹੀਂ ਸਾਡੇ ਲਈ ਸਾਰੇ ਸੁਧਾਰ ਲੈ ਕੇ ਆਓ, ਜਿਸ ਤਰ੍ਹਾਂ ਚੀਨ ਨੇ ਕਰਿਆ। ਸੋ ਜਿਹੜੇ ਦੁਨੀਆ ਭਰ ਦੇ ਜਿਹੜੇ ਉਦਯੋਗਪਤੀ ਆ, ਉਹਨਾਂ ਦੀ ਅੱਖ ਆ ਜਿਹੜੀਆਂ ਸਾਡੀਆਂ ਜ਼ਮੀਨਾਂ 'ਤੇ ਆ, ਉਹ ਬਹੁਤ ਤੇਜ਼ੀ ਨਾਲ, ਕਿਉਂਕਿ ਜਦੋਂ ਸਟੇਟਾਂ ਵਿੱਚ ਉਹਨਾਂ ਨੇ ਜ਼ਮੀਨਾਂ ਖਰੀਦਣੀਆਂ ਤਾਂ ਸਟੇਟਾਂ ਦੇ ਆਪਣੇ ਜਿਸ ਤਰ੍ਹਾਂ ਕਾਨੂੰਨ ਨੇ, ਸੋ ਉਹ ਨਹੀਂ ਚਾਹੁੰਦੇ ਵੀ ਸਾਡੇ ਮਾਮਲੇ ਵਿੱਚ ਸਟੇਟਾਂ ਦੇ ਜਾਂ ਹੋਰ ਜਿਹੜੇ ਲੋਕਲ ਕਾਨੂੰਨ ਆ ਉਹ ਕੋਈ ਡਿੱਕਾ ਬਣ। ਉਹ ਇੱਕਦਮ ਜਿਹੜੀਆਂ ਉਪਜਾਊ ਜ਼ਮੀਨਾਂ ਉਹਨਾਂ 'ਤੇ ਅੱਖ ਰੱਖ ਰਹੇ ਨੇ। ਸੋ ਇਸ ਸੰਦਰਭ ਵਿੱਚ ਸਰਕਾਰ ਕਾਫੀ ਦੇਰ ਤੋਂ, ਕਿਉਂਕਿ ਸਰਕਾਰ ਦੀਆਂ ਆਪਣੀਆਂ ਵੀ ਲੱਤਾਂ ਬਹੁਤ ਬੁਰੀ ਤਰ੍ਹਾਂ ਫਸੀਆਂ ਹੋਈਆਂ ਨੇ। ਬੇਸ਼ੱਕ ਸਰਕਾਰ ਸਮਝਦੀ ਵੀ ਹੋਵੇ, ਸਰਕਾਰ ਨੂੰ ਇਹ ਪਤਾ ਹੈ ਕਿ ਇਹ ਕਾਨੂੰਨ ਆ ਜਿਹੜੇ ਕਿਸਾਨਾਂ ਦੇ ਵਿਰੁੱਧ ਨੇ, ਪਰ ਕੌਮਾਂਤਰੀ ਤੌਰ 'ਤੇ ਜਿਸ ਕਿਸਮ ਨਾਲ ਉਹ ਫਸੀ ਹੋਈ ਹੈ ਜਿਹਨਾਂ ਸਮਝੌਤਿਆਂ ਵਿੱਚ, ਉਹਦੇ ਲਈ ਬਾਹਰ ਨਿਕਲਣਾ ਵੀ ਬਹੁਤ ਔਖਾ ਹੈ। ਸੋ ਇਸ ਮਸਲੇ 'ਤੇ ਹੁਣ ਜਿਹੜੀ ਤਾਜ਼ਾ ਬੈਠਕ ਹੋਈ ਆ, ਉਹਦੇ ਵਿੱਚ ਸਰਕਾਰ ਵੱਲੋਂ ਇਹ ਆਈ ਹੈ ਪੇਸ਼ਕਸ਼ ਵੀ ਅਸੀਂ 1.5 ਜਾਂ 2 ਸਾਲਾਂ ਲਈ ਜਿਹੜੇ ਕਾਨੂੰਨ ਆ ਉਹਨਾਂ ਨੂੰ ਹਲੇ ਰੋਕ ਲੈਂਦੇ ਆ, ਉਹਨਾਂ ਨੂੰ ਲਾਗੂ ਨਹੀਂ ਕਰਦੇ। 1.5 ਜਾਂ 2 ਸਾਲਾਂ ਤੋਂ ਬਾਅਦ ਫਿਰ ਦੇਖ ਲਾਂਗੇ, ਗੱਲਬਾਤ ਕਰਾਂਗੇ ਜਾਂ ਕੋਈ ਕਮੇਟੀ ਬਣਾਈ ਜਾਊਗੀ, ਉਹ ਤੋਂ ਬਾਅਦ ਕਿਸਾਨਾਂ ਦੀ ਸਹਿਮਤੀ ਨਾਲ ਇਹਨਾਂ ਨੂੰ ਲਾਗੂ ਕਰਿਆ ਜਾਵੇਗਾ। ਹੁਣ ਇਹਦੀਆਂ ਕਈ ਕਿਸਮ ਦੀਆਂ ਵਿਆਖਿਆਵਾਂ ਆ ਰਹੀਆਂ ਨੇ। ਆਪਾਂ ਜਿਹੜੇ 2 ਕਿਸਮ ਦੇ ਜਿਹੜੇ ਸੀਨੀਅਰ ਪੱਤਰਕਾਰਾਂ ਵੱਲੋਂ ਜਾਂ ਸਿਆਣੇ ਲੋਕਾਂ ਵੱਲੋਂ ਜਿਹੜੀਆਂ ਗੱਲਾਂ ਆਈਆਂ ਨੇ, ਆਪਾਂ ਉਹਨਾਂ ਨੂੰ ਆਪਣੇ ਪਾਠਕਾਂ ਨਾਲ ਵਿਚਾਰ ਲਈਏ। ਸੋ ਇੱਕ ਗੱਲ ਤਾਂ ਇਹ ਆਈ ਹੈ ਵੀ ਆਪਾਂ ਸੀਨੀਅਰ ਜਰਨਲਿਸਟ ਆ ਸਰਦਾਰ ਸੁਖਦੇਵ ਸਿੰਘ ਜੀ, ਉਹਨਾਂ ਨੇ ਆਪਣੀ ਫੇਸਬੁੱਕ ਪੇਜ 'ਤੇ ਇਹ ਪਾਇਆ ਹੈ
ਵੀ ਸਰਕਾਰ ਜੇ 2 ਸਾਲ ਲਈ ਮੰਨੀ ਹੈ ਤਾਂ ਇਹਦਾ ਮਤਲਬ ਸਰਕਾਰ ਇੱਕ ਤਰ੍ਹਾਂ ਨਾਲ ਆਪਣੀ ਗਲਤੀ ਮੰਨ ਰਹੀ ਹੈ ਤੇ ਕਮਜ਼ੋਰ ਹੋ ਰਹੀ ਹੈ। ਉਹ ਕਮੇਟੀ ਬਣਾਉਣ ਦਾ ਉਹਨਾਂ ਨੇ ਇੱਕ ਤਰ੍ਹਾਂ ਨਾਲ ਫੈਸਲਾ ਕਰ ਲਿਆ ਹੈ। ਸੋ ਉਹਨਾਂ ਦਾ ਕਹਿਣਾ ਹੈ ਵੀ ਜਿਹੜਾ ਕਿਸਾਨ ਆਗੂ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਸਰਕਾਰ ਨਾਲ ਇਸ ਮਸਲੇ ਤੇ ਗੱਲ ਕਰਨ ਤੇ ਕਿਤੇ ਨਾ ਕਿਤੇ ਉਹ ਸਰਕਾਰ ਦੇ ਇਸ ਸੁਝਾਅ ਨੂੰ ਮੰਨਣ ਵੱਲ ਵਧਣ, ਕਿਉਂਕਿ ਉਹ ਕਹਿੰਦਾ ਵੀ ਮੈਂ ਆਪਣੇ ਤਜਰਬੇ ਚੋਂ ਬੋਲ ਰਿਹਾ ਵੀ ਜਿਹੜੀ ਸਰਕਾਰ 2 ਸਾਲਾਂ ਲਈ ਕਿ ਇਹਨਾਂ ਕਾਨੂੰਨਾਂ ਨੂੰ ਸਸਪੈਂਡ ਕਰਨ ਦਾ ਮੰਨ ਗਈ ਹੈ ਤਾਂ ਬਹੁਤੀ ਵਾਰ ਇਹ ਹੁੰਦਾ ਹੈ ਵੀ ਉਹ ਮੁੜ ਕੇ ਉਹਨਾਂ ਕਾਨੂੰਨਾਂ ਨੂੰ ਲਾਗੂ ਜਾਂ ਅੱਗੇ ਲਿਆਉਣ ਦਾ ਵੀ ਯਤਨ ਨਹੀਂ ਕਰਦੀ, ਕਿਉਂਕਿ ਕਹਿੰਦੇ ਵੀ ਕੋਈ ਮੂਰਖ ਸਰਕਾਰ ਜਾਂ ਮੂਰਖ ਨੇਤਾ ਹੀ ਹੋਊਗਾ ਜਿਹੜਾ 2 ਸਾਲਾਂ ਤੋਂ ਬਾਅਦ ਇਹਨਾਂ ਕਾਨੂੰਨਾਂ ਨੂੰ ਵਾਪਸ ਲਿਆਉਣ ਦਾ ਯਤਨ ਕਰੇਗਾ। 2 ਸਾਲਾਂ ਦਾ ਜਿਹੜਾ ਉਹਨਾਂ ਨੇ ਕਿਹਾ ਹੈ ਵੀ ਮੁਅੱਤਲ ਕਰਨਾ, ਅਸਲ ਵਿੱਚ ਉਹ ਭੋਗ ਪਾਉਣਾ ਹੀ ਹੈ। ਸੋ ਇੱਕ ਤਰ੍ਹਾਂ ਨਾਲ ਭੋਗ ਪਾਉਣਾ ਹੀ ਹੈ। ਹਾਂ, ਜੇ ਸਰਕਾਰ ਸੁਪਰੀਮ ਕੋਰਟ ਵਿੱਚ ਲਿਖ ਕੇ ਦਿੰਦੀ ਹੈ ਜਾਂ ਕਿਸਾਨਾਂ ਨੂੰ ਵੀ ਲਿਖਤੀ ਤੌਰ 'ਤੇ ਕੁਛ ਦਿੰਦੀ ਹੈ ਵੀ ਹਾਂ ਅਸੀਂ 2 ਸਾਲਾਂ ਤੱਕ ਮੁਅੱਤਲ ਕਰਕੇ ਕਮੇਟੀ ਬਣਾ ਲਾਂਗੇ ਜਾਂ ਕਿਤੇ ਨਾ ਕਿਤੇ ਹੋਰ ਜਿਹੜੇ ਢੰਗ ਤਰੀਕੇ ਉਹ ਲੱਭ ਲਾਂਗੇ, ਉਹ ਕਹਿੰਦੇ ਵੀ ਕਿਤੇ ਨਾ ਕਿਤੇ ਸਰਕਾਰ ਨਾਲ ਤੁਹਾਨੂੰ ਇਸ ਗੱਲੋਂ ਗੱਲ ਆ ਜਿਹੜੀ ਮੰਨ ਲੈਣੀ ਚਾਹੀਦੀ ਹੈਗੀ ਆ ਵੀ, ਕਿਉਂਕਿ ਜਿਹੜਾ 2 ਸਾਲਾਂ ਦਾ ਵਕਫਾ ਸਰਕਾਰ ਨੇ ਦਿੱਤਾ ਹੈ ਉਹ ਅਸਲ ਵਿੱਚ ਕਾਨੂੰਨਾਂ ਦਾ ਇਨਡਾਇਰੈਕਟਲੀ ਭੋਗ ਪਾਉਣ ਦਾ ਹੀ ਹੁੰਦਾ ਹੈ। ਸਰਕਾਰ ਨੇ ਆਪਣਾ ਵੀ ਜਿਹੜਾ ਵਕਾਰ ਆ ਉਹ ਬਚਾਉਣਾ ਹੈ ਵੀ ਹਾਲ ਦੀ ਘੜੀ ਉਹ ਲੋਕਾਂ ਨੂੰ ਇਹ ਦੱਸੇਗੀ ਵੀ ਹਾਂ ਅਸੀਂ ਹਾਰੇ ਨਹੀਂ ਆ ਜਾਂ ਕਿਸਾਨਾਂ ਨੇ ਸਾਨੂੰ ਹਰਾਇਆ ਨਹੀਂ ਹੈ, ਅਸੀਂ ਤਾਂ 2 ਸਾਲਾਂ ਲਈ ਹੀ ਇਹ ਜਿਹੜੇ ਕਾਨੂੰਨ ਆ ਉਹ ਮੁਅੱਤਲ ਕੀਤੇ ਆ, ਉਹ ਤੋਂ ਬਾਅਦ ਵਾਪਸ ਆ ਜਾਣਗੇ। ਉਹ ਕਹਿੰਦੇ ਵੀ ਮੈਂ ਆਪਣੇ ਰਾਜਨੀਤਿਕ ਤਜਰਬੇ 'ਚ ਦੱਸਦਾ ਵੀ 2 ਸਾਲਾਂ ਤੋਂ ਬਾਅਦ ਕੋਈ ਵੀ ਸਰਕਾਰ ਇਹਨਾਂ ਕਾਨੂੰਨਾਂ ਬਾਰੇ ਮੂੰਹ ਨਹੀਂ ਖੋਲ੍ਹੇਗੀ, ਇਹ ਗੱਲ ਆਈ ਗਈ ਹੋ ਜਾਏਗੀ। ਸੋ ਇੱਕ ਤਾਂ ਉਹਨਾਂ ਦਾ ਜਿਹੜਾ ਇਹ ਵਿਚਾਰ ਆ ਇਹਦੇ ਬਾਰੇ ਕਿਸਾਨਾਂ ਨੂੰ ਵਿਚਾਰ ਕਰਨੀ ਚਾਹੀਦੀ ਹੈ। ਦੂਜੇ ਪਾਸਿਓਂ ਜਿਹੜਾ ਇਹ ਆ ਰਿਹਾ ਹੈਗਾ ਵੀ ਕਿਸਾਨਾਂ ਨੂੰ ਆਪਣਾ ਜਿਹੜਾ 3 ਕਾਨੂੰਨਾਂ ਨੂੰ ਰੱਦ ਕਰਾਉਣ ਦਾ ਮਸਲਾ ਵੀ ਉਹਦੇ ਤੇ ਦੱਬ ਦੇਣੀ ਚਾਹੀਦੀ ਆ। ਸੋ ਕਿਸਾਨਾਂ ਨੂੰ ਹਾਲ ਦੀ ਘੜੀ ਪਿੱਛੇ ਨਹੀਂ ਹਟਣਾ ਚਾਹੀਦਾ। ਦੂਜੀਆਂ ਧਿਰਾਂ ਵੱਲੋਂ ਇਹ ਗੱਲ ਆ ਰਹੀ ਹੈ ਵੀ ਉਹਨਾਂ ਨੂੰ 3 ਕਾਨੂੰਨ ਆ ਜਿਹੜੇ ਰੱਦ ਕਰਾਉਣੇ ਚਾਹੀਦੇ ਆ, ਕਿਉਂਕਿ ਇਹ ਸੰਵਿਧਾਨਕ ਤੌਰ ਤੇ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹੀ ਨਹੀਂ ਆਉਂਦਾ ਕਿ ਉਹ ਜਿਹੜੇ ਖੇਤੀ ਦੇ ਮੰਡੀਕਰਨ ਬਾਰੇ ਕਾਨੂੰਨ ਬਣਾਵੇ। ਜੇ ਉਹ ਇਸ ਵੇਲੇ ਸਰਕਾਰ ਵੱਲੋਂ ਆਈ ਪੇਸ਼ਕਸ਼ ਮੰਨ ਲੈਂਦੇ ਆ ਤਾਂ ਅਸਿੱਧੇ ਤੌਰ ਤੇ ਉਹ ਇਹ ਗੱਲ ਮੰਨ ਰਹੇ ਹੋਣਗੇ ਵੀ ਕੇਂਦਰ ਸਰਕਾਰ ਆ ਜਿਹੜੀ ਉਹ ਕਾਨੂੰਨ ਬਣਾ ਸਕਦੀ ਹੈ ਸਾਡੇ ਮਾਮਲੇ ਵਿੱਚ। ਇਸ ਤਰ੍ਹਾਂ ਅਸੀਂ ਕੇਂਦਰ ਸਰਕਾਰ ਨੂੰ ਇੱਕ ਹਾਂ ਪੱਖੀ ਹੁੰਗਾਰਾ ਦੇਵਾਂਗੇ ਵੀ ਉਹ ਰਾਜਾਂ ਦੇ ਮਾਮਲੇ ਵਿੱਚ ਕਾਨੂੰਨ ਬਣਾਉਣ ਦਾ ਉਹਨੂੰ ਹੱਕ ਮਿਲ ਜਾਊਗਾ। ਪਰ ਦੂਜੇ ਪਾਸੇ ਉਹ ਕਹਿੰਦੇ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਵੀ ਇਹ 3 ਕਾਨੂੰਨ ਰੱਦ ਕਰੋ। ਜੇ ਸਰਕਾਰ ਕਮੇਟੀ ਬਣਾਉਣੀ ਚਾਹੁੰਦੀ ਹੈ ਤਾਂ ਸਰਕਾਰ ਨੂੰ ਇਹ ਚਾਹੀਦਾ ਵੀ ਕਿਸਾਨਾਂ ਦੇ ਨਾਲ ਮਿਲ ਕੇ ਕੋਈ ਇਸ ਤਰ੍ਹਾਂ ਦੀ ਕਮੇਟੀ ਬਣਾਵੇ ਜਿਹਦੇ ਨਾਲ ਜੇ ਕੋਈ ਨਵੇਂ ਕਾਨੂੰਨ ਬਣਾਉਣੇ ਨੇ ਤਾਂ ਉਹ ਕਿਸਾਨਾਂ ਦੇ ਹਿੱਤ ਵਿੱਚ ਹੋਣ, ਜਿਹਦੇ ਵਿੱਚ ਕਿਸਾਨਾਂ ਦੇ ਨੁਮਾਇੰਦੇ ਆਪਣੀ ਗੱਲ ਰੱਖ ਕੇ ਆਪਣੀਆਂ ਜਿਹੜੀ ਉਹ ਮਨਾ ਸਕਣ। ਸਾਰਾ ਕੁਝ ਕਾਰਪੋਰੇਟ ਜਗਤ ਦੀ ਹਮਾਇਤ ਵਿੱਚ ਨਾ ਹੋਵੇ। ਸੋ ਕਿਸਾਨਾਂ ਦੀ ਕਮੇਟੀ ਰਾਹੀਂ, ਕਿਸਾਨਾਂ ਨਾਲ ਜੁੜੇ ਹੋਏ ਵਿਦਵਾਨਾਂ ਰਾਹੀਂ ਤੇ ਕਿਸਾਨਾਂ ਨਾਲ ਜੁੜੇ ਹੋਏ ਜਿਹੜੇ ਸੰਵਿਧਾਨਕ ਮਾਹਰ ਵਕੀਲ ਆ ਜਿਹੜੇ ਉਹਨਾਂ ਦੀ ਇੱਕ ਕਮੇਟੀ ਬਣਾ ਕੇ ਉਹਨਾਂ ਤੋਂ ਸੁਝਾਅ ਲਏ ਜਾਣ। ਸੋ ਕਿਸਾਨਾਂ ਨੂੰ ਕਿਹੜੀ ਗੱਲ ਵਿੱਚ ਫਾਇਦਾ, ਇਸ ਸੰਦਰਭ ਵਿੱਚ ਉਹ ਜਿਹੜੇ ਕਾਨੂੰਨ ਆ ਬਣਾਏ ਜਾਣ। ਸੋ ਇਹ 2 ਕਿਸਮ ਦੀਆਂ ਜਿਹੜੇ ਵਿਚਾਰ ਨੇ ਉਹ ਸਾਹਮਣੇ ਆ ਰਹੇ ਨੇ ਵੀ ਇੱਕ ਪਾਸੇ ਤਾਂ ਸਰਦਾਰ ਸੁਖਦੇਵ ਸਿੰਘ ਇਹ ਕਹਿ ਰਹੇ ਨੇ ਵੀ ਜੇ ਸਰਕਾਰ 2 ਸਾਲਾਂ ਲਈ ਮੁਅੱਤਲ ਕਰਨਾ ਮੰਨੀ ਆ ਤਾਂ ਉਹ ਇਹ ਸਮਝਿਆ ਜਾ ਸਕਦਾ ਵੀ ਉਹ ਸਾਰੀ ਉਮਰ ਲਈ ਉਹ ਮੁਅੱਤਲ ਹੋਣਗੇ। ਵੈਸੇ ਪਰ ਕਿਉਂਕਿ ਜਿਸ ਤਰ੍ਹਾਂ ਦੀ ਨਰਿੰਦਰ ਮੋਦੀ ਸਰਕਾਰ ਆ, ਇਹਨਾਂ ਦਾ ਸਾਰਾ ਕੰਮ ਕਰਨ ਦਾ ਢੰਗ ਹੈ, ਸਾਨੂੰ ਫਿਰ ਵੀ ਸੁਚੇਤ ਰਹਿਣਾ ਚਾਹੀਦਾ ਵੀ ਇਹ 2 ਸਾਲਾਂ ਬਾਅਦ ਵੀ ਦੁਬਾਰਾ ਲਿਆ ਸਕਦੇ ਆ ਤੇ 2 ਸਾਲਾਂ ਤੋਂ ਬਾਅਦ ਸਾਨੂੰ ਫਿਰ ਇਸ ਤਰ੍ਹਾਂ ਦਾ ਸੰਘਰਸ਼ ਕਰਨਾ ਪੈ ਸਕਦਾ ਹੈ। ਸੋ ਦੂਜੇ ਪਾਸੇ ਜਿਹੜਾ ਦੂਜਾ ਪੱਖ ਹੈ ਉਹ ਸਾਨੂੰ ਜ਼ਿਆਦਾ ਵਧੀਆ ਲੱਗਦਾ ਵੀ ਕਾਨੂੰਨ ਰੱਦ ਹੋਣ। ਜੇ ਕਾਨੂੰਨ ਬਣਾਉਣੇ ਨੇ ਉਹਦਾ ਡਰਾਫਟ ਕਿਸਾਨਾਂ ਨਾਲ ਮਿਲ ਕੇ ਬਣਾਇਆ ਜਾਵੇ ਤੇ ਰਾਜ ਸਰਕਾਰਾਂ ਨਾਲ ਹੀ ਬਣਾਇਆ ਜਾਵੇ। ਸੋ ਇਹ ਜਿਹੜਾ ਹੈਗਾ ਵੀ ਜਿਹੜਾ ਦੂਜਾ ਪੱਖ ਹੈ ਨਾ ਵੀ ਇੱਕ ਤਾਂ ਰਾਜ ਸਰਕਾਰਾਂ ਬਣਾਉਣ, ਕੇਂਦਰ ਸਰਕਾਰ ਨਾ ਬਣਾਵੇ। ਸੋ ਹੁਣ ਜਿਹੜੇ ਵਿਦਵਾਨ ਆ ਉਹ ਕਹਿ ਰਹੇ ਆ ਵੀ ਜਿਹੜਾ ਦੋ ਕਿਸਾਨੀ ਬਿੱਲਾਂ ਨਾਲੋਂ ਜਿਹੜਾ ਤੀਜਾ ਹੈਗਾ ਨਾ ਵੀ ਐਸੈਂਸ਼ੀਅਲ ਕਮੋਡਿਟੀ ਐਕਟ, ਜਿਹਦੇ ਵਿੱਚ ਕਿ ਭੰਡਾਰ ਕਰਨ ਦੀ ਸਮਰੱਥਾ ਬੇਅੰਤ ਸਮਰੱਥਾ ਦੇ ਦਿੱਤੀ ਗਈ ਹੈ ਵੀ ਕੋਈ ਵੀ ਵਪਾਰੀ ਕਿੰਨਾ ਵੀ ਭੰਡਾਰ ਕਰ ਸਕਦਾ, ਉਹ ਜਿਹੜਾ ਹੈਗਾ ਸਭ ਤੋਂ ਖਤਰਨਾਕ ਆ ਵੀ ਜਦੋਂ ਤੱਕ ਉਹ ਕਾਨੂੰਨ ਰੱਦ ਨਹੀਂ ਹੁੰਦਾ, ਕਿਉਂਕਿ ਉਹਦੇ ਵਿੱਚ ਲਗਾਤਾਰ ਸੋਧਾਂ ਹੋ ਰਹੀਆਂ ਨੇ, ਬਹੁਤ ਸਾਰੀਆਂ 10-15 ਸੋਧਾਂ ਹੋ ਕੇ ਉਹ ਇਸ ਲੈਵਲ ਤੱਕ ਆਇਆ ਵੀ ਉਹ ਕਿਸਾਨ ਵਿਰੋਧੀ ਕਾਨੂੰਨ ਆ ਜਿਹੜਾ ਬਣ ਗਿਆ ਹੋਇਆ। ਸੋ ਐਸੈਂਸ਼ੀਅਲ ਕਮੋਡਿਟੀ ਐਕਟ ਆ ਜਿਹੜਾ ਜ਼ਰੂਰੀ ਵਸਤਾਂ ਬਾਰੇ ਕਾਨੂੰਨ ਆ, ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈਗਾ। ਹੁਣ ਇਹ ਕਿਸਾਨਾਂ ਨੇ ਫੈਸਲਾ ਕਰਨਾ ਵੀ ਜਿਸ ਤਰ੍ਹਾਂ ਸਰਦਾਰ ਸੁਖਦੇਵ ਸਿੰਘ ਵਾਲੀ ਗੱਲ ਆਈ ਹੈ ਵੀ 2 ਸਾਲਾਂ ਵਾਲੀ ਗੱਲ ਮੰਨ ਕੇ ਉਹਨਾਂ ਨੂੰ ਮੁਅੱਤਲ ਹੀ ਸਮਝਣਾ ਚਾਹੀਦਾ, ਜਾਂ ਫਿਰ ਦੂਜੀ ਤਰ੍ਹਾਂ ਦੀ ਜਿਹੜੀ ਗੱਲ ਆਈ ਹੈ ਦੂਜੇ ਵਿਦਵਾਨਾਂ ਦੀ ਵੀ
ਕਾਨੂੰਨ ਰੱਦ ਕਰਵਾਓ, ਜੇ ਨਵੇਂ ਕਾਨੂੰਨ ਬਣਾਉਣੇ ਆ ਤਾਂ ਕਮੇਟੀ ਉਹਨਾਂ ਕਾਨੂੰਨਾਂ ਲਈ ਜਿਹੜੀ ਸਰਕਾਰ ਦੀ ਉਹ ਬਣਨੀ ਚਾਹੀਦੀ ਹੈ। ਜੀ ਬਿਲਕੁਲ, ਇਸ ਵੇਲੇ ਸਰਕਾਰ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਕਰ ਰਹੀ ਹੈ ਜਿਵੇਂ ਕਿ ਉਹ ਫਸ ਗਈ ਹੋਵੇ, ਕਿਉਂਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਇਹ ਮੁੱਦਾ ਜਾ ਚੁੱਕਿਆ। ਤੇ ਜੇ ਸਰਕਾਰ ਪਿੱਛੇ ਨੂੰ ਸਟੈਪ ਲੈ ਲੈਂਦੀ ਹੈ, ਯਾਨੀ ਕਿ ਕਹਿ ਦਿੰਦੀ ਹੈ ਕਿ ਠੀਕ ਹੈ ਅਸੀਂ ਕਿਸਾਨਾਂ ਦੀ ਮੰਨ ਗਏ ਹਾਂ, ਤਾਂ ਉਹ ਸਮਝਦੇ ਨੇ ਕਿ ਸਾਡਾ ਸ਼ਾਇਦ ਇਹਦੇ ਨਾਲ ਨੱਕ ਵੱਢਿਆ ਜਾਣਾ, ਤੇ 2 ਸਾਲਾਂ ਲਈ ਸਸਪੈਂਡ ਕਰਨ ਦਾ ਕਹਿ ਕੇ ਹੋ ਸਕਦਾ ਹੈ ਕਿ ਉਹ ਇਹਨਾਂ ਬਿੱਲਾਂ ਦਾ ਭੋਗ ਹੀ ਪਾ ਦੇਣ। ਖੈਰ, ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈ। ਪਰ ਭਾਈ ਅਵਤਾਰ ਸਿੰਘ ਜੀ, ਹੁਣ 26 ਜਨਵਰੀ ਦੀਆਂ ਤਿਆਰੀਆਂ ਜਿਹੜੀਆਂ ਨੇ, ਸਾਰੀ ਦੁਨੀਆ ਦੀਆਂ ਅੱਖਾਂ ਉਹਦੇ ਵੱਲ ਲੱਗੀਆਂ ਹੋਈਆਂ। ਮੈਨੂੰ ਨਹੀਂ ਲੱਗਦਾ ਕਿ ਪਿਛਲੇ ਸਾਲਾਂ ਦੇ ਵਿੱਚ 26 ਜਨਵਰੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੰਨੀ ਜ਼ਿਆਦਾ ਫੇਮਸ ਹੋਈ ਹੋਵੇ, ਮਸ਼ਹੂਰ ਹੋਈ ਹੋਵੇ ਜਿੰਨੀ ਇਸ ਵਾਰੀ ਆ, ਕਿਉਂਕਿ ਟਰੈਕਟਰ ਮਾਰਚ ਕਹਿੰਦੇ ਆ ਵੀ ਕੱਢਿਆ ਜਾਣਾ ਕਿਸਾਨਾਂ ਵੱਲੋਂ, ਜਿਸ ਨੂੰ ਲੈ ਕੇ ਦਿੱਲੀ ਪੁਲਿਸ ਦੇ ਨਾਲ ਵੀ ਥੋੜੀ ਖਹਿਬਾਜ਼ੀ ਚੱਲ ਰਹੀ ਹੈ। ਮਤਲਬ ਕਿ ਉਹ ਕਹਿੰਦੇ ਕਿ ਅਸੀਂ ਪਰਮਿਸ਼ਨ ਨਹੀਂ ਦੇਣੀ, ਉਧਰੋਂ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਅਸੀਂ ਰੋਕ ਨਹੀਂ ਸਕਦੇ ਕਿਸਾਨਾਂ ਨੂੰ, ਇਹ ਉਹਨਾਂ ਦਾ ਹੱਕ ਬਣਦਾ, ਉਹ ਆਪਣਾ ਪਰੇਡ ਕਰ ਸਕਦੇ ਨੇ। ਸੋ 26 ਜਨਵਰੀ ਨੂੰ ਲੈ ਕੇ ਕਿਹੋ ਜਿਹੇ ਪਲਾਨ ਨੇ, ਕਿਹੋ ਜਿਹੇ ਪ੍ਰੋਗਰਾਮ ਨੇ, ਤੇ ਤੁਸੀਂ ਕੀ ਸੋਚਦੇ ਹੋ ਤੁਹਾਡੇ ਨਜ਼ਰੀਏ ਦੇ ਨਾਲ 26 ਜਨਵਰੀ ਕਿਹੋ ਜਿਹੀ ਰਹੇਗੀ ਇਸ ਵਾਰ? ਹਾਂਜੀ, ਹੁਣ 26 ਜਨਵਰੀ ਨੂੰ ਜਿਹੜੀ ਕਿਸਾਨਾਂ ਵੱਲੋਂ ਪਰੇਡ ਕੀਤੀ ਜਾਣੀ ਹੈ, ਉਹਦੀਆਂ ਬਹੁਤ ਵੱਡੀ ਪੱਧਰ ਤੇ ਤਿਆਰੀਆਂ ਹੋ ਰਹੀਆਂ ਨੇ। ਉਹ ਪੰਜਾਬ ਵਿੱਚੋਂ ਹੀ ਸਾਨੂੰ ਲੱਗਦਾ ਹੈ ਵੀ ਲੱਖਾਂ ਟਰੈਕਟਰ ਆ ਜਿਹੜੇ ਉਹ ਆਉਣ ਦੀ ਸੰਭਾਵਨਾ ਹੈ, ਕਿਉਂਕਿ ਜਿਨ੍ਹਾਂ ਪਿੰਡਾਂ ਵਿੱਚ ਅਸੀਂ ਗੱਲਾਂ ਕੀਤੀਆਂ ਨੇ ਪਿੰਡਾਂ ਦੇ ਨੁਮਾਇੰਦਿਆਂ ਨਾਲ ਜਾਂ ਕਿਸਾਨ ਆਗੂਆਂ ਨਾਲ ਜਾਂ ਆਪਣੇ ਹੋਰ ਜਿਹੜੇ ਭਾਈਚਾਰਕ ਸਾਂਝ ਵਾਲੇ ਸੱਜਣ ਮਿੱਤਰ ਨੇ, ਉਹਨਾਂ ਨੇ ਦੱਸਿਆ ਹੈਗਾ ਵੀ ਅਸੀਂ ਵੀ 200 ਪਿੰਡਾਂ 'ਚੋਂ 200 ਟਰੈਕਟਰ ਆ, ਜਿਹੜਾ 100 ਟਰੈਕਟਰ ਇੱਕ ਪਿੰਡ 'ਚੋਂ ਜਾਣ ਦਾ ਪ੍ਰਬੰਧ ਬਹੁਤ ਸਾਰੇ ਪਿੰਡਾਂ ਵਿੱਚ ਇਹ ਹੋਇਆ। ਸੋ ਸਾਨੂੰ ਲੱਗਦਾ ਵੀ ਲੱਖਾਂ ਟਰੈਕਟਰ ਤਾਂ ਪੰਜਾਬ ਵਿੱਚੋਂ ਹੀ ਜਾ ਸਕਦੇ ਆ, ਉਹ ਤੋਂ ਬਿਨਾਂ ਹਰਿਆਣੇ ਵਿੱਚੋਂ ਵੀ ਟਰੈਕਟਰ ਜਾਣਗੇ, ਅਤੇ ਉਸ ਤੋਂ ਬਾਅਦ ਯੂਪੀ ਅਤੇ ਉੱਤਰਾਖੰਡ ਤੋਂ ਤੇ ਰਾਜਸਥਾਨ ਤੋਂ ਵੀ ਹੋਰ ਬਹੁਤ ਸਾਰੇ ਜਿਹੜੇ ਕਿਸਾਨ ਆ ਉਹ ਇਸ 26 ਜਨਵਰੀ ਦੀ ਪਰੇਡ ਵਿੱਚ ਆਉਣ ਦਾ ਯਤਨ ਕਰਨਗੇ। ਦੂਜੇ ਪਾਸੇ ਇਹ ਹੈਗਾ ਵੀ ਸੁਪਰੀਮ ਕੋਰਟ ਨੇ ਇਸ ਪਰੇਡ ਉੱਤੇ ਕੋਈ ਵੀ ਰੋਕ ਲਾਉਣ ਤੋਂ ਨਾ ਕਰ ਦਿੱਤੀ ਹੈ। ਸੋ ਸੁਪਰੀਮ ਕੋਰਟ ਨੇ ਆਪਣੇ ਆਪ ਨਾਲ ਇੱਕ ਤਰ੍ਹਾਂ ਨਾਲ ਬਚਾਅ ਕਰ ਲਿਆ ਹੈ। ਉਹਨਾਂ ਦਾ ਕਹਿਣਾ ਹੈਗਾ ਵੀ ਕਿਸਾਨਾਂ ਨੂੰ ਕੋਈ ਵੀ ਪ੍ਰਦਰਸ਼ਨ ਕਰਨ ਦਾ ਹੱਕ ਹੈ, ਪਰ ਦਿੱਲੀ ਪੁਲਿਸ ਦਾ ਹਲੇ ਹਾਲ ਦੀ ਘੜੀ ਆ ਰਿਹਾ ਵੀ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ। ਸੋ ਸਾਨੂੰ ਲੱਗਦਾ ਹੈ ਵੀ ਕੇਂਦਰ ਸਰਕਾਰ ਹੈ ਜਿਹੜੀ ਦਿੱਲੀ ਪੁਲਿਸ ਨੂੰ ਸਾਹਮਣੇ ਲਿਆ ਕੇ, ਮੂਹਰੇ ਲਿਆ ਕੇ ਵੀ ਅਮਨ ਕਾਨੂੰਨ ਦੀ ਹਾਲਾਤ ਦਾ ਰੌਲਾ ਪਾ ਕੇ ਜਾਂ ਕਿਸੇ ਕਿਸਮ ਦਾ ਇਸ ਤਰ੍ਹਾਂ ਦਾ ਕਾਨੂੰਨੀ ਪ੍ਰਬੰਧ ਲਿਆ ਕੇ ਉਹ ਇਹ ਕਰ ਸਕਦੀ ਹੈ ਬਈ ਉਹਨਾਂ ਦੀ ਪਰੇਡ ਨਾ ਹੋਣ ਦਿੱਤੀ ਜਾਵੇ। ਪਰ ਜਿੰਨੀ ਵੱਡੀ ਪੱਧਰ 'ਤੇ ਕਿਸਾਨ ਟਰੈਕਟਰਾਂ ਅਤੇ ਟਰਾਲੀਆਂ ਅਤੇ ਆਪਣੀਆਂ ਗੱਡੀਆਂ 'ਤੇ ਉੱਥੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ ਅਤੇ ਆ ਰਹੇ ਹਨ, ਉਹਨਾਂ ਦੇ ਇਰਾਦਿਆਂ ਨੂੰ ਦੇਖ ਕੇ ਨਹੀਂ ਲੱਗਦਾ ਬਈ ਉਹ ਪਰੇਡ ਤੋਂ ਬਿਨਾਂ ਜਾਣਗੇ। ਸੋ ਸਾਨੂੰ ਲੱਗਦਾ ਵੀ 26 ਤਰੀਕ ਨੂੰ ਕੋਈ ਟਕਰਾਅ ਹੋ ਸਕਦਾ ਹੈ। ਦਿੱਲੀ ਪੁਲਿਸ ਉਹਨਾਂ ਨੂੰ ਰੋਕਣ ਦਾ ਯਤਨ ਕਰੇਗੀ, ਉਹ ਕਿੰਨੀ ਕੁ ਵੱਡੀ ਪੱਧਰ 'ਤੇ ਰੋਕਦੀ ਹੈ ਜਾਂ ਦਿੱਲੀ ਪੁਲਿਸ ਦੇ ਸਿਪਾਹੀ ਨੇ ਉਹ ਕਿੰਨੀ ਤੀਬਰਤਾ ਨਾਲ ਰੋਕਦੇ ਆ, ਉਹਦੇ 'ਤੇ ਡਿਪੈਂਡ ਕਰੂਗਾ ਵੀ ਉਹ ਪਰੇਡ ਹੋ ਪਾਉਂਦੀ ਆ ਕਿ ਨਹੀਂ ਹੋ ਪਾਉਂਦੀ। ਪਰ ਕਿਉਂਕਿ ਸਮੁੱਚੇ ਦੇਸ਼ ਦੇ ਕਿਸਾਨ ਆ ਜਿਹੜੇ ਵੱਡੀ ਪੱਧਰ 'ਤੇ ਦਿੱਲੀ ਵਾਲੀ ਪਰੇਡ ਲਈ ਆ ਰਹੇ ਆ, ਸੋ ਸਾਨੂੰ ਲੱਗਦਾ ਵੀ ਟਕਰਾਅ ਦੀ ਸੰਭਾਵਨਾ ਬਣ ਰਹੀ ਆ। ਹਾਲੇ ਕੁਝ ਦਿਨ ਪਏ ਨੇ, ਜੇ ਕਿਸਾਨ ਆਗੂਆਂ ਨੇ ਦਿੱਲੀ ਪੁਲਿਸ ਦੇ ਅਫਸਰਸ਼ਾਹੀ ਨਾਲ ਕੋਈ ਮੀਟਿੰਗਾਂ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਇਸ ਸਥਿਤੀ ਨੂੰ ਡਿਫਿਊਜ਼ ਕਰਨ ਦਾ ਯਤਨ ਕਰ ਲਿਆ ਤਾਂ ਆਪਾਂ ਕਹਿ ਸਕਦੇ ਹਾਂ ਵੀ ਉਹ ਕਿਤੇ ਨਾ ਕਿਤੇ ਕੋਈ ਗੱਲ ਬਣ ਸਕਦੀ ਹੈ। ਪਰ ਹਾਲ ਦੀ ਘੜੀ ਇਹ ਆ ਰਿਹਾ ਹੈਗਾ ਵੀ ਦਿੱਲੀ ਪੁਲਿਸ ਨੇ ਹਾਲੇ ਤੱਕ ਇਜਾਜ਼ਤ ਨਹੀਂ ਦਿੱਤੀ ਪਰੇਡ ਦੀ। ਉਹਨੇ ਅਮਨ ਕਾਨੂੰਨ ਦਾ ਮਸਲਾ ਲਾ ਕੇ ਜਾਂ ਹੋਰ ਕੋਈ ਧਾਰਾਵਾਂ ਕਹਿ ਕੇ ਵੀ ਸਾਡੇ ਲਈ ਖਤਰਾ ਹੋ ਸਕਦਾ ਹੈ, ਕਿਉਂਕਿ ਉਸ ਦਿਨ 26 ਜਨਵਰੀ ਗਣਤੰਤਰ ਦਿਵਸ 'ਤੇ ਬਹੁਤ ਸਾਰੇ ਲੋਕ ਆ ਜਿਹੜੇ ਉੱਥੇ ਦਿੱਲੀ ਵਿੱਚ ਸ਼ਾਮਲ ਹੁੰਦੇ ਨੇ। ਸੋ ਇਹ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਕਿਸਾਨ ਹੈ ਕਿਤੇ ਨਾ ਕਿਤੇ ਗੜਬੜਾਂ ਕਰਨਗੇ। ਸੋ ਇਸ ਸੰਦਰਭ ਵਿੱਚ ਹਾਲ ਦੀ ਘੜੀ ਡੈਡਲੌਕ ਬਣਿਆ ਹੋਇਆ ਹੈ। ਦੇਖੋ ਡੈਡਲੌਕ ਆ ਜਿਹੜਾ ਅਗਲੇ ਦਿਨਾਂ ਵਿੱਚ ਕਿਸ ਤਰ੍ਹਾਂ ਟੁੱਟਦਾ ਹੈ। ਬਿਲਕੁਲ ਜੀ। ਸੋ ਦੇਖਦੇ ਹਾਂ 26 ਜਨਵਰੀ ਕਿਹੋ ਜਿਹਾ ਨਜ਼ਾਰਾ ਲੈ ਕੇ ਆਉਂਦੀ ਹੈ, ਆਖਰ ਕਿਹੋ ਜਿਹੀ ਰਹਿੰਦੀ ਹੈ 26 ਜਨਵਰੀ, ਕਿਹੋ ਜਿਹੀਆਂ ਛਾਪਾਂ ਛੱਡ ਕੇ ਜਾਂਦੀ ਹੈ, ਕਿਸਾਨ ਸੰਘਰਸ਼ ਨੂੰ ਕਿੰਨਾ ਕੁ ਬਲ ਮਿਲਦਾ ਹੈ 26 ਜਨਵਰੀ ਨੂੰ, ਜਾਂ ਫਿਰ ਸਰਕਾਰ ਕਿੰਨੀ ਕੁ ਨਮੋਸ਼ੀ ਦੇ ਵਿੱਚ ਜਾਂਦੀ ਹੈ, ਜਾਂ ਫਿਰ ਉਹ ਆਪਣੇ ਇਹਨਾਂ ਹੀ ਜਿਹੜੇ ਬਿੱਲਾਂ ਦੇ ਬਾਰੇ ਉਸੇ ਹੀ ਜਿਹੜੇ ਕਹਿ ਲਈਏ ਕਿ ਸੰਦਰਭ ਦੇ ਵਿੱਚ ਰਹਿੰਦੀ ਹੈ, ਯਾਨੀ ਕਿ ਅੜੀ ਹੋਈ ਰਹਿੰਦੀ ਹੈ। ਦੇਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ। ਭਾਈ ਅਵਤਾਰ ਸਿੰਘ ਜੀ, ਅਗਲੀ ਜਿਹੜੀ ਗੱਲ ਮੈਂ ਤੁਹਾਡੇ ਕੋਲੋਂ ਜਾਣਨੀ ਚਾਹੁੰਦਾ ਕਿ ਬਹਿਬਲ ਕਲਾਂ ਗੋਲੀकांड ਦੇ ਜਿਹੜਾ ਇੱਕ ਮਾਮਲਾ ਸੀ, ਉਹਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਉਹਨਾਂ ਵੱਲੋਂ ਚਲਾਨ ਪੇਸ਼ ਕਰ ਦਿੱਤਾ ਗਿਆ। ਆਖਰ ਕੀ ਹੈ ਇਸ ਚਲਾਨ ਦੇ ਵਿੱਚ ਤੇ ਇਹਦੇ ਸਿੱਟੇ ਕਿਹੋ ਜਿਹੇ ਨਿਕਲਣਗੇ? ਤੁਹਾਨੂੰ ਲੱਗਦਾ ਕਿ ਕਾਰਵਾਈ ਹੋ ਸਕਦੀ ਹੈ? ਹਾਂਜੀ, ਇਹ ਤੀਜੀ ਇੱਕ ਖਬਰ ਵੀ ਕਾਫੀ ਅਹਿਮ ਖਬਰ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਵੀ ਬਹਿਬਲ ਕਲਾਂ ਗੋਲੀकांड ਵਿੱਚ ਪਿਛਲੇ ਦਿਨੀ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਉਹਨੇ ਜਿਹੜਾ ਚਲਾਨ ਪੇਸ਼ ਕਰ ਦਿੱਤਾ। ਸੋ ਚਲਾਨ ਵਿੱਚ ਪੰਜਾਬ ਦੇ ਸਾਬਕਾ ਪੁਲਿਸ ਮੁਖੀ DGP ਸਮੇਤ ਸੈਣੀ ਨੂੰ ਵੀ ਉਹਦੇ ਵਿੱਚ ਦੋਸ਼ੀ ਪਾਇਆ ਗਿਆ, ਪਰਮਰਾਜ ਸਿੰਘ ਗੁਬਰਾਨੰਗਲ ਨੂੰ ਵੀ ਪਾਇਆ ਗਿਆ, ਤੇ ਹੋਰ ਕੁਝ ਪੁਲਿਸ ਅਫਸਰ ਜਿਹੜੇ ਗ੍ਰਿਫਤਾਰ ਵੀ ਹੋਏ ਸੀ, ਚਰਨਜੀਤ ਸ਼ਰਮਾ ਤੇ ਹੋਰ ਇੱਕ SP ਲੈਵਲ ਦਾ ਹੋਰ
ਅਧਿਕਾਰੀ ਗ੍ਰਿਫਤਾਰ ਹੋਇਆ ਸੀ ਉਹਨਾਂ ਨੂੰ ਚਾਰਜ ਸ਼ੀਟ ਵਿੱਚ ਦਾਖਲ ਕੀਤਾ ਹੈ। ਸੋ ਹਾਲ ਦੀ ਘੜੀ ਕਿਉਂਕਿ ਸੁਮੇਧ ਸੈਣੀ ਕੋਲ ਕੋਈ ਅਗਾਊਂ ਜ਼ਮਾਨਤ ਨਹੀਂ ਆ, ਉਸ ਨੂੰ ਪੇਸ਼ ਹੋਣਾ ਪਵੇਗਾ। ਦੇਖੋ ਕਿਸ ਸੰਦਰਭ ਵਿੱਚ ਪੇਸ਼ ਹੁੰਦੇ ਆ, ਜਾਂ ਉਹ ਜਿਸ ਤਰ੍ਹਾਂ ਦੀਆਂ ਚਾਲਾਂ ਚੱਲਣ ਵਿੱਚ ਮਾਹਰ ਹੈ ਤਾਂ ਹੋ ਸਕਦਾ ਉਹ ਅਗਲੇ ਦਿਨਾਂ ਨੂੰ ਹਾਈ ਕੋਰਟ ਵਿੱਚ ਆਪਣੀ ਅਗਾਊਂ ਜ਼ਮਾਨਤ ਦੀ ਅਰਜ਼ੀ ਲਾ ਕੇ ਤੇ ਇਸ ਕੇਸ ਵਿੱਚ ਹਾਜ਼ਰੀ ਭਰਨ ਤੋਂ ਮੁਨੱਕਰ ਹੋ ਜਾਵੇ। ਪੁਲਿਸ ਵੱਲੋਂ ਇੱਕ ਇੰਸਪੈਕਟਰ ਜਿਹੜਾ ਕਿ ਉਸ ਵੇਲੇ ਗੋਲੀकांड ਵੇਲੇ ਮੌਜੂਦ ਸੀ ਉਹਨੂੰ ਵਾਧਾ ਮਾਫ ਗਵਾਹ ਬਣਾਇਆ ਗਿਆ। ਸੋ ਉਹਦੀ ਗਵਾਹੀ ਕਾਫੀ ਅਹਿਮ ਹੋਵੇਗੀ। ਹੋਰ ਬਾਕੀ ਗਵਾਹੀਆਂ ਵੀ ਆ ਜਿਹੜੀਆਂ ਇਸ ਕੇਸ ਵਿੱਚ ਪੁਲਿਸ ਦੀ ਜਿਹੜੀ ਚਾਰਜ ਸ਼ੀਟ ਆ ਜਿਹੜਾ ਚਲਾਨ ਆ ਉਸ ਸੰਦਰਭ ਵਿੱਚ ਉਹਨਾਂ ਨੇ ਪੇਸ਼ ਕੀਤੀਆਂ ਨੇ। ਸੋ ਵਾਧਾ ਮਾਫ ਗਵਾਹ ਦੀ ਗਵਾਹੀ ਤੇ ਉੱਥੇ ਸ਼ਾਮਲ ਚਸ਼ਮਦੀਦ ਲੋਕਾਂ ਦੀ ਗਵਾਹੀ ਵੀ ਕਾਫੀ ਅਹਿਮ ਹੋਵੇਗੀ। ਸੋ ਅਗਲੇ ਦਿਨਾਂ ਵਿੱਚ ਦੇਖਣਾ ਇਹ ਹੋਵੇਗਾ ਵੀ ਉਹ ਕਿਸ ਤਰ੍ਹਾਂ ਇਸ ਕੇਸ ਨੂੰ ਅੱਗੇ ਵਧਾਉਂਦੇ ਆ। ਹਾਂ, ਮੇਨ ਗੱਲ ਤਾਂ ਸੁਮੇਧ ਸਿੰਘ ਸੈਣੀ ਦੀ ਆ ਕਿਉਂਕਿ ਸੁਪਰੀਮ ਕੋਰਟ ਵਿੱਚ ਉਸਨੇ ਜਿਹੜੀ ਆਪਣੀ ਬਲਵੰਤ ਸਿੰਘ ਮੁਲਤਾਨੀ ਵਾਲਾ ਕੇਸ ਆ ਉਸ ਸੰਦਰਭ ਵਿੱਚ ਜਿਹੜੀ ਉਹਨੇ ਰਿਟ ਪਾਈ ਸੀ, ਹਾਲ ਦੀ ਘੜੀ ਉਹ ਰਿਟ ਦਾ ਕੋਈ ਫੈਸਲਾ ਨਹੀਂ ਹੋਇਆ। ਸੁਮੇਧ ਸੈਣੀ ਕੇਸਾਂ ਨੂੰ ਲਟਕਾਉਣ ਦੇ ਮਾਮਲੇ ਵਿੱਚ ਬਹੁਤ ਮਾਹਰ ਮੰਨਿਆ ਜਾਂਦਾ। ਉਹ ਬੜਾ ਚਤਰ ਚਲਾਕ ਅਫਸਰ ਹੈ। ਆਪਣੇ ਸਾਰੇ ਜਿਹੜੇ ਯਾਰ ਦੋਸਤ ਨੇ ਬਹੁਤ ਸਾਰੇ ਜਿਹੜੇ ਜੁਡੀਸ਼ਰੀ ਵਿੱਚ ਕੰਮ ਕਰਦੇ ਨੇ, ਸੁਪਰੀਮ ਕੋਰਟ ਵਿੱਚ ਕੰਮ ਕਰਦੇ ਨੇ, ਜਾਂ ਸੁਪਰੀਮ ਕੋਰਟ ਵਿੱਚ ਕੰਮ ਕਰਨ ਵਾਲੇ ਜਿਹੜੇ ਕਲੈਰੀਕਲ ਸਟਾਫ ਦੇ ਮੈਂਬਰ ਆ ਉਹਨਾਂ ਨੂੰ ਇਨਫਲੂਐਂਸ ਕਰਕੇ ਉਹ ਪ੍ਰਭਾਵਿਤ ਕਰਕੇ ਜਿਹੜੀਆਂ ਕੇਸ ਦੀਆਂ ਤਰੀਕਾਂ ਪਵਾ ਲੈਂਦਾ ਹੈ। ਹੁਣ ਉਹ ਕੇਸ ਫੈਸਲੇ 'ਤੇ ਖੜਾ ਹੈ। ਸੁਪਰੀਮ ਕੋਰਟ ਨੇ ਫੈਸਲਾ ਰਾਖਵਾਂ ਰੱਖਿਆ ਹੋਇਆ ਬਲਵੰਤ ਸਿੰਘ ਮੁਲਤਾਨੀ ਵਾਲੇ ਕੇਸ 'ਚ 4 ਮਹੀਨੇ ਹੋ ਗਏ ਰਾਖਵਾਂ ਰੱਖੇ ਨੂੰ, ਅਤੇ ਜੇ 6 ਮਹੀਨੇ ਹੋਰ ਲੰਘ ਗਏ ਇਸ ਤਰ੍ਹਾਂ ਤਾਂ ਅਸੀਂ ਸਮਝਦੇ ਹਾਂ ਵੀ ਉਹ ਜੇ ਫੈਸਲਾ ਸੁਣਾਇਆ ਵੀ ਤਾਂ ਉਹ ਕਿਸੇ ਕੰਮ ਦਾ ਨਹੀਂ ਹੋਊਗਾ। ਸੁਪਰੀਮ ਕੋਰਟ ਨੂੰ ਚਾਹੀਦਾ ਵੀ ਇੱਕ ਛੋਟੇ ਜਿਹੇ ਪੁਲਿਸ ਅਫਸਰ ਨੂੰ ਬਚਾਉਣ ਲਈ ਉਹ ਆਪਣਾ ਜਿਹੜਾ ਇਨਸਾਫ ਦਾ ਤਕਾਜ਼ਾ ਉਹਨੂੰ ਦਾਅ 'ਤੇ ਨਾ ਲਾਵੇ, ਕਿਉਂਕਿ ਹੁਣ ਉਹਦੇ ਖਿਲਾਫ ਇੱਕ ਹੋਰ ਕੇਸ ਹੈ ਜਿਹੜਾ ਉਹਦੇ ਵਿੱਚ ਚਲਾਨ ਪੇਸ਼ ਹੋ ਗਿਆ। ਸੋ ਇੱਕ ਪੁਲਿਸ ਅਫਸਰ ਜਿਹਦੇ ਖਿਲਾਫ 3 ਘਿਨਾਉਣੇ ਕੇਸ ਦਰਜ ਨੇ, ਇੱਕ 3 ਬੰਦਿਆਂ ਦਾ ਕਤਲ ਆ ਜਿਹੜਾ ਸੈਣੀ ਮੋਟਰ ਵਾਲੇ ਆ, ਇੱਕ ਬਲਵੰਤ ਸਿੰਘ ਮੁਲਤਾਨੀ ਦਾ ਕਤਲ ਆ, ਤੇ ਇੱਕ 2 ਸਿੱਖ ਨੌਜਵਾਨਾਂ ਨੂੰ ਕਤਲ ਕਰਨ ਦਾ ਬਾਈਬਲ ਕਲਾਕਾਂਡ ਵਿੱਚ ਹੈਗੇ ਆ। ਸੋ 6 ਬੰਦਿਆਂ ਦੇ ਕਤਲकांड ਵਿੱਚ ਸ਼ਾਮਲ ਜਿਹੜਾ ਵਿਅਕਤੀ ਹੈ ਉਹਨੂੰ ਇੱਕ ਦਿਨ ਲਈ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਕਾਨੂੰਨ ਅਤੇ ਇਨਸਾਫ ਦਾ ਤਕਾਜ਼ਾ ਠੀਕ ਨਹੀਂ ਹੈ। ਸੁਪਰੀਮ ਕੋਰਟ ਨੂੰ ਸੁਮੇਧ ਸਿੰਘ ਸੈਣੀ ਦੀ ਜਿਹੜੀ ਜ਼ਮਾਨਤ ਆ ਉਹ ਰੱਦ ਕਰਕੇ ਉਸ ਦੀ ਗ੍ਰਿਫਤਾਰੀ ਦਾ ਰਾਹ ਪੱਧਰਾ ਕਰਨਾ ਚਾਹੀਦਾ ਹੈ, ਤਾਂ ਕਿ ਹੋਰ ਬਹੁਤ ਸਾਰੇ ਕੇਸ ਜਿਹੜੇ ਲੋਕ ਹਾਲੇ ਉਹ ਤੋਂ ਡਰਦੇ ਮਾਰੇ ਸਾਹਮਣੇ ਨਹੀਂ ਆਏ ਉਹਨਾਂ ਦੀ ਗੱਲ ਵੀ ਸੁਣੀ ਜਾ ਸਕੇ। ਉਹਨਾਂ ਦੇ ਭਰਾ ਭੈਣਾਂ ਤੇ ਉਹਨਾਂ ਦੇ ਬੱਚੇ ਆ ਜਿਹੜੇ ਸੁਮੇਧ ਸਿੰਘ ਸੈਣੀ ਦੇ ਹੁਕਮਾਂ 'ਤੇ ਮਾਰੇ ਗਏ ਆ, ਉਹਨਾਂ ਕੇਸਾਂ ਦੀ ਵੀ ਜਿਹੜੀ ਜਾਂਚ ਹੋ ਸਕੇ, ਤਾਂ ਹੀ ਜਿਹੜਾ ਪੰਜਾਬ ਨੂੰ ਇਨਸਾਫ ਮਿਲ ਸਕੇਗਾ। ਜੀ ਬਿਲਕੁਲ ਬਿਲਕੁਲ। ਜਦੋਂ ਇਨਸਾਫ ਦੀ ਗੱਲ ਕਰਦੇ ਆ ਤਾਂ ਬਹੁਤ ਵਾਰ ਐਸਾ ਲੱਗਣ ਲੱਗ ਜਾਂਦਾ ਕਿ ਸ਼ਾਇਦ ਭਾਰਤ ਦੇ ਵਿੱਚ ਘੱਟ ਗਿਣਤੀਆਂ ਲਈ ਇਨਸਾਫ ਹੈ ਹੀ ਨਹੀਂ, ਕਿਉਂਕਿ ਸੁਮੇਧ ਸੈਣੀ ਹੋਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਗਲਾਵੇ ਤੱਕ ਹੱਥ ਪਹੁੰਚ ਚੁੱਕਿਆ ਸੀ ਜਦੋਂ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਉਸ ਤੋਂ ਬਾਅਦ ਸਾਰਿਆਂ ਦੀਆਂ ਆਸਾਂ ਫਿਰ ਤੋਂ ਇੱਕ ਵਾਰ ਟੁੱਟ ਗਈਆਂ। ਜਿਵੇਂ ਆਪਾਂ ਨਵੰਬਰ 84 ਦੇ ਇਨਸਾਫ ਦੀ ਗੱਲ ਕਰਦੇ ਹਾਂ, ਜੂਨ 84 ਦੇ ਇਨਸਾਫ ਦੀ ਗੱਲ ਕਰਦੇ ਹਾਂ, ਝੂਠੇ ਮੁਕਾਬਲਿਆਂ ਦੀ ਗੱਲ ਕਰਦੇ ਹਾਂ, ਤਾਂ ਇਹ ਸਾਰੇ ਇਨਸਾਫ ਹਾਲੇ ਤੱਕ ਲੈਣ ਵਾਸਤੇ ਲੋਕ ਜਿਹੜੇ ਨੇ ਉਹ ਕੋਰਟਾਂ ਦੇ ਕਚਹਿਰੀਆਂ ਦੇ ਹੁਣ ਤੱਕ ਚੱਕਰ ਲਾ ਰਹੇ ਨੇ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਖਰ ਹੁੰਦਾ ਕੀ ਹੈ। ਭਾਈ ਅਵਤਾਰ ਸਿੰਘ ਜੀ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਬੜੇ ਖੂਬਸੂਰਤ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਦਰਸ਼ਕੋ, ਇਹ ਪ੍ਰੋਗਰਾਮ ਖਾਸ ਤੌਰ ਦੇ ਉੱਤੇ ਆਪ ਜੀ ਲਈ ਉਲੀਕਿਆ ਜਾਂਦਾ। ਇਹਦੇ ਵਿੱਚ ਖਾਸ ਤੌਰ ਦੇ ਉੱਤੇ ਹੀ ਪੱਤਰਕਾਰ ਅਵਤਾਰ ਸਿੰਘ ਜੀ ਹਾਜ਼ਰੀਆਂ ਭਰਦੇ ਨੇ ਤੇ ਇਹ ਸਾਰੀ ਜਾਣਕਾਰੀ ਜਿਹੜੀ ਹੈ ਸਾਡੇ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਆ। ਸੋ ਤੁਹਾਡਾ ਫਰਜ਼ ਬਣਦਾ ਕਿ ਇਸ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲੋਂ ਨਾਲ ਫੇਸਬੁੱਕ ਦੇ ਉੱਤੇ ਵੀ ਸਾਨੂੰ ਲਾਈਕ ਕਰ ਦਿਓ, ਤਾਂ ਕਿ ਇਹੋ ਜਿਹੇ ਪ੍ਰੋਗਰਾਮ, ਜਾਣਕਾਰੀ ਭਰਪੂਰ ਪ੍ਰੋਗਰਾਮ ਤੁਹਾਡੇ ਲਈ ਹਮੇਸ਼ਾ ਹੀ ਲੈ ਕੇ ਆਉਂਦੇ ਰਹੀਏ। ਮਿਲਦੇ ਹਾਂ ਅਗਲੇ ਹਫਤੇ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।